सत श्री अकाल। मैं हाँ जसवीर ते टीवी पंजाब दे खबरां दे इस बुलेटिन च तुहाडा स्वागत है। सब तो पहले एक नज़र पाउने आ अज दीआं खास खबरां ते। ट्रैक्टर परेड दौरान हुई हिंसा तो बाद दिल्ली पुलिस ने वधाई सख्ती। ਸਿੰਘੂ बॉर्डर ते पुलिस ने की नवीं बैरीकेडिंग, आउण जाण दे रस्ते कीते बंद। केंद्रीय गृह मंत्रालय वालों दिल्ली पुलिस नूं हिंसा च नामजद किसान आगूआं दे लुकआउट नोटिस जारी करन दे निर्देश। किसान आगूआं दे पासपोर्ट भी करवाए जाणगे जमा। फिलहाल पुलिस ने कारण दसो नोटिस जारी कर मंगिया 3 दिनां च जवाब। ट्रैक्टर परेड दौरान हुई हिंसा ते दिल्ली के मुख मंत्री अरविंद केजरीवाल का आया बयान। केजरीवाल ने कहा किसी एक घटना नाल किसान अंदोलन नहीं हो सकता खत्म। लोगों को शांतमई ढंग नाल किसानां दा सहयोग करन दी कीती अपील। खेती कानूनों खिलाफ देश दीआं 16 विरोधी पार्टियां हुईआं एकजुट। विरोधी पार्टियां वालों बजट इजलास तो पहला राष्ट्रपति वालों दिते जांदे भाषण दा कीता जावेगा बाईकाट। सियासी पार्टियां ने किसानां नाल कीती एकजुटता ज़ाहर। ਅਤੇ किसान आगू जोगिंदर सिंह उगराहां दा पुलिस वालों दर्ज किए जा रहे परचियां ते सख्त बयान। उगराहां ने कहा केस दर्ज होने की परवाह नहीं, लड़ांगे, जितांगे ਅਤੇ कानून रद्द करवा के ही जावांगे घरां नूं वापस। ਤੇ ਹੁਣ खबरां ਦਾ विस्तार। ट्रैक्टर मार्च च हुई हिंसा तो बाद दिल्ली पुलिस काफ़ी अलर्ट नज़र आ रही है। लाल किले ਅਤੇ ਸਿੰਘੂ ਬਾਰਡਰ ਤੇ ਦਿੱਲੀ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਸਿੰਘੂ ਬਾਰਡਰ ਤੇ ਕਿਸਾਨਾਂ ਦੇ 2 ਮੰਚ ਨੇ ਅਤੇ ਦੋਵਾਂ ਸਟੇਜਾਂ ਵਿਚਾਲੇ ਪੁਲਿਸ ਨੇ ਬੈਰੀਕੇਡਿੰਗ ਕਰ ਦਿੱਤੀ ਹੈ। ਹੋਰ ਤਾਂ ਹੋਰ ਦਿੱਲੀ ਦੀ ਸਰਹੱਦ ਉੱਤੇ ਟੈਲੀਕਾਮ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ। ਇਸ ਦੇ ਨਾਲ 2 ਤਰ੍ਹਾਂ ਦੀਆਂ ਗੱਡੀਆਂ ਨੂੰ ਆਉਣ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਸੁਰੱਖਿਆ ਦੇ ਚੱਲਦਿਆਂ ਸਾਰੇ ਕਦਮ ਚੁੱਕੇ ਜਾ ਰਹੇ ਨੇ। ਸਿਰਫ ਮੀਡੀਆ ਤੇ ਪੁਲਿਸ ਦੀਆਂ ਗੱਡੀਆਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹਨਾਂ 2 ਵਾਹਨਾਂ ਨੂੰ ਛੱਡ ਕੇ ਬਾਕੀ तमाम ਵਾਹਨਾਂ ਦੇ ਧਰਨਾ ਪ੍ਰਦਰਸ਼ਨ ਦੀ ਥਾਂ ਉੱਤੇ ਜਾਣ ਤੇ ਰੋਕ ਲਗਾ ਦਿੱਤੀ ਗਈ ਹੈ। ਸਿੰਘੂ ਬਾਰਡਰ ਦੇ ਉੱਪਰ ਅੱਜ ਸਵੇਰ ਤੋਂ ਹੀ ਸਥਿਤੀ ਕੁਝ ਬਦਲਦੀ ਨਜ਼ਰ ਆ ਰਹੀ ਹੈ। ਪੁਲਿਸ ਸਵੇਰ ਤੋਂ ਹੀ ਅੱਜ ਇੱਥੇ ਹਲਚਲ ਕਰ ਰਹੀ ਹੈ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿਸ ਤਰੀਕੇ ਦੇ ਨਾਲ ਪੁਲਿਸ ਫੋਰਸ ਇੱਥੇ ਮੌਜੂਦ ਆ। ਬੈਰੀਗੇਟਿੰਗ ਇੱਧਰ ਉੱਧਰ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ। ਸਵੇਰ ਤੋਂ ਹੀ ਜਿਹੜੀ ਹੈ ਅੱਜ ਹਲਚਲ ਕੀਤੀ ਜਾ ਰਹੀ ਹੈ। ਵੱਡੀ ਗਿਣਤੀ 'ਚ ਪੁਲਿਸ ਵੀ ਇੱਥੇ ਤੈਨਾਤ ਆ। ਪੁਲਿਸ ਦੇ ਵੱਲੋਂ ਇਹ ਰਸਤੇ ਜਿਹੜੇ ਨੇ ਉਹ ਬਲੌਕ ਕੀਤੇ ਜਾ ਰਹੇ ਨੇ। ਤੁਹਾਨੂੰ ਤਸਵੀਰਾਂ ਜਿਹੜੀਆਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਉਹ ਸਾਹਮਣੇ ਜਿਹੜੀ ਹੈ ਉਹ ਮੇਨ ਸਟੇਜ ਹੈ। ਮੇਨ ਸਟੇਜ ਤੋਂ ਅੱਗੇ ਆ ਕੇ ਆ ਨਿਹੰਗਾਂ ਦਾ ਡੇਰਾ, ਜਿੱਥੇ ਨਿਹੰਗਾਂ ਨੇ ਆਪਣਾ ਡੇਰਾ ਲਗਾਇਆ ਹੋਇਆ। ਨਿਹੰਗਾਂ ਦੇ ਡੇਰੇ ਤੋਂ ਅੱਗੇ ਜਿਹੜੀ ਆ ਇਹ ਬੈਰੀਗੇਟਿੰਗ ਕੀਤੀ ਗਈ ਹੈ। ਪਰ ਅੱਜ ਸਵੇਰ ਤੋਂ ਹੀ ਪੁਲਿਸ ਨੇ ਜਿਹੜੇ ਆ ਉਹ ਇਹ ਰਸਤੇ ਬਲੌਕ ਕਰਨੇ ਸ਼ੁਰੂ ਕਰ ਦਿੱਤੇ ਨੇ। ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿਸ ਤਰੀਕੇ ਦੇ ਨਾਲ ਉਹ ਬੈਰੀਗੇਟ ਰੱਖ ਕੇ ਜਿਹੜੇ ਨੇ ਉਹ ਰਸਤੇ ਬਲੌਕ ਕਰ ਦਿੱਤੇ ਗਏ ਨੇ। ਇਸ ਤੋਂ ਅੱਗੇ ਜਿਹੜੀ ਹੈ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਵੀ ਜਿਹੜੀ ਸਟੇਜ ਲੱਗੀ ਹੋਈ ਹੈ, ਪਰ ਉਹਦਾ ਰਾਹ ਹੁਣ ਇਹਨਾਂ ਨੇ ਬੰਦ ਕਰ ਦਿੱਤਾ, ਜਿਸ ਨੂੰ ਲੈ ਕੇ ਅੱਜ ਸਵੇਰ ਤੋਂ ਤਲਖੀ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਸੱਜੇ ਪਾਸੇ ਜਿਹੜੀ ਹੈ ਉਹ ਸਾਹਮਣੇ ਸਟੇਜ ਲੱਗੀ ਹੋਈ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ, ਜਿਸ ਨੂੰ ਜਾਣ ਵਾਲਾ ਹੁਣ ਇਹ ਰਸਤਾ ਜਿਹੜਾ ਪੁਲਿਸ ਦੇ ਵੱਲੋਂ ਬੰਦ ਕਰ ਦਿੱਤਾ ਗਿਆ। ਪਰ ਉੱਥੇ ਹੀ ਕਿਤੇ ਨਾ ਕਿਤੇ ਪੁਲਿਸ ਤੇ ਸਵਾਲ ਖੜੇ ਹੋ ਰਹੇ ਨੇ। ਸਾਹਮਣੇ ਤਸਵੀਰਾਂ ਦੇਖੋ, ਇੱਕ ਹੋਰ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਤਿਰੰਗੇ ਝੰਡੇ ਨਜ਼ਰ ਆ ਰਹੇ ਨੇ। ਉੱਥੇ ਕੁਝ ਪ੍ਰਦਰਸ਼ਨਕਾਰੀ ਮੌਜੂਦ ਨੇ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਕਿ ਸਿੰਘੂ ਬਾਰਡਰ ਨੂੰ ਖਾਲੀ ਕਰੋ, ਪੁਲਿਸ ਦੇ ਅਸੀਂ ਨਾਲ ਹਾਂ। ਪ੍ਰਦਰਸ਼ਨਕਾਰੀ ਇਸ ਤਰੀਕੇ ਦੇ ਜਿਹੜੇ ਨੇ ਉਹ ਨਾਰੇ ਲਗਾ ਰਹੇ ਨੇ। ਹੱਥ ਦੇ ਵਿੱਚ ਉਹਨਾਂ ਨੇ ਬੈਨਰ ਫੜੇ ਹੋਏ ਨੇ। ਉਹ ਕਹਿ ਰਹੇ ਨੇ ਕਿ ਤਿਰੰਗੇ ਝੰਡੇ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਦਕਿ ਸੋਸ਼ਲ ਮੀਡੀਆ ਤੇ ਜੋ ਵੀਡੀਓ ਵਾਇਰਲ ਹੋ ਰਹੀਆਂ ਨੇ ਉਹਦੇ ਵਿੱਚ ਪੁਲਿਸ ਵਾਲੇ ਵੀ ਖੁਦ ਝੰਡੇ ਨੂੰ ਡੰਡੇ ਮਾਰਦੇ ਨਜ਼ਰ ਆ ਰਹੇ ਸੀ। ਪਰ ਇਹ ਜਿਹੜੇ ਨੇ ਲੋਕ ਪੁਲਿਸ ਦੀ ਸਹਿਮਤੀ ਦੇ ਨਾਲ ਹੀ ਇੱਥੇ ਤੱਕ ਪਹੁੰਚ ਚੁੱਕੇ ਨੇ। ਵੱਡਾ ਸਵਾਲ ਇਹ ਹੈ ਕਿ ਪੁਲਿਸ ਦੇ ਵੱਲੋਂ ਇਹਨਾਂ ਲੋਕਾਂ ਨੂੰ ਅੱਗੇ ਕਿਉਂ ਆਉਣ ਦਿੱਤਾ ਜਾ ਰਿਹਾ। ਜੇਕਰ ਇਹ ਅੱਗੇ ਲੋਕ ਆਉਂਦੇ ਨੇ ਤਾਂ ਕਲੈਸ਼ ਹੋ ਸਕਦਾ। ਕੀ ਇਹ ਕਿਸਾਨਾਂ ਦਾ ਗੁੱਸਾ ਪਰਖਣਾ ਚਾਹੁੰਦੀ ਹੈ ਦਿੱਲੀ ਪੁਲਿਸ? ਇਸ ਤਰੀਕੇ ਦੇ ਜਿਹੜੀਆਂ ਨੇ ਉਹ ਘਟਨਾਵਾਂ ਕਿਉਂ ਅੱਜ ਹੋ ਰਹੀਆਂ ਨੇ? ਕੀ ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿੱਲੀ ਪੁਲਿਸ ਦੇ ਵੱਲੋਂ? ਇਸ ਤਰੀਕੇ ਦੀਆਂ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਨੇ ਅੱਜ, ਇਹ ਕਈ ਸੰਕੇਤ ਇੱਥੇ ਦੇ ਰਹੀਆਂ ਨੇ। ਬਿਲਕੁਲ ਬੈਰੀਗੇਟ ਲਗਾ ਕੇ ਜਿਹੜੀ ਆ ਤਸਵੀਰਾਂ ਦੇਖੋ, ਇਹ JCB ਮਸ਼ੀਨ ਲੱਗੀ ਹੋਈ ਹੈ, ਇਹ ਬੈਰੀਗੇਟਿੰਗ ਰੱਖੀ ਹੈ। ਇਹ ਅੰਦਰੋਂ ਬੈਰੀਗੇਟਿੰਗ ਕੱਢ ਕੇ ਇਹ ਗਲੀ ਦੇ ਵਿੱਚ ਹੁਣ ਲਗਾਈ ਜਾ ਰਹੀ ਹੈ। ਗਲੀ ਦੇ ਵਿੱਚ ਬੈਰੀਗੇਟ ਲਗਾ ਕੇ ਜਿਹੜਾ ਉਹ ਰਸਤਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਕਲੀਅਰ ਨਹੀਂ ਹੈ ਕਿ ਪੁਲਿਸ ਦੀ ਮਨਸ਼ਾ ਕੀ ਹੈ, ਕਿਉਂ ਇਹ ਰਸਤੇ ਜਿਹੜੇ ਨੇ ਬਲੌਕ ਕੀਤੇ ਜਾ ਰਹੇ ਨੇ। ਕਿਉਂਕਿ ਇਸ ਰਸਤੇ ਦੇ ਉੱਪਰੋਂ ਦੀ ਗੁਜ਼ਰ ਕੇ, ਰਸਤੇ ਥਾਣੀ ਗੁਜ਼ਰ ਕੇ ਲੋਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਪਾਸੇ ਜਾਂਦੇ ਸੀ ਜਾਂ ਅੱਗੇ ਜਿਹੜੀ ਮੇਨ ਸਟੇਜ ਲੱਗੀ ਆ ਉਧਰਲੇ ਪਾਸੇ ਜਾਂਦੇ ਸੀਗੇ। ਪਰ ਇਹ ਰਸਤਾ ਹੁਣ ਜਿਹੜਾ ਬਲੌਕ ਕਰ ਦਿੱਤਾ ਗਿਆ। ਜਿਹੜੇ ਲੋਕ ਦਿੱਲੀ ਤੋਂ ਆਉਣ ਵਾਲੇ ਸੀਗੇ, ਜਿਹੜੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਉਂਦੇ ਸੀ, ਲੋਕਾਂ ਲਈ ਕੋਈ ਸਮਾਨ ਲੈ ਕੇ ਆਉਂਦੇ ਸੀ ਜਾਂ ਕਿਸਾਨਾਂ ਦੀ ਮਦਦ ਕਰਦੇ ਸੀ, ਉਹ ਵੀ ਲੋਕ ਇਸ ਰਸਤੇ ਥਾਣੀ ਦੀ ਆਉਂਦੇ ਸੀ। ਹੁਣ ਸਵਾਲ ਇਹ ਵੀ ਹੈ ਕਿ ਜਿਹੜੇ ਦਿੱਲੀ ਲੋਕਾਂ ਦਾ ਸਮਰਥਨ ਮਿਲ ਰਿਹਾ ਸੀ, ਦਿੱਲੀ ਪੁਲਿਸ ਉਹ ਸਮਰਥਨ ਰੋਕਣਾ ਚਾਹੁੰਦੀ ਹੈ
ਇਹ ਕਈ ਤਰੀਕੇ ਦੇ ਸਵਾਲ ਨੇ। ਪਰ ਵੱਡਾ ਸਵਾਲ ਇਹ ਹੈ ਕਿ ਜਿਹੜੇ ਉਹ ਪ੍ਰਦਰਸ਼ਨਕਾਰੀ ਅੱਜ ਮੌਜੂਦ ਨੇ, ਕਰੀਬ 30 ਤੋਂ 40 ਜਿਹੜੇ ਪ੍ਰਦਰਸ਼ਨਕਾਰੀ ਨੇ ਹੱਥ 'ਚ ਝੰਡੇ ਫੜੇ ਹੋਏ ਨੇ। ਇਹ ਵੀ ਕਲੀਅਰ ਨਹੀਂ ਹੈਗਾ ਕਿ ਉਹ ਲੋਕ ਕੌਣ ਨੇ, ਬਸ ਬੈਨਰ ਉਹਨਾਂ ਨੇ ਫੜੇ ਹੋਏ ਨੇ ਕਿ ਸਿੰਘੂ ਬਾਰਡਰ ਖਾਲੀ ਕੀਤਾ ਜਾਵੇ। ਦੱਸ ਦਈਏ ਕਿ ਲਾਲ ਕਿਲੇ ਦੀ ਜਿੱਦਾਂ ਇਹ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਲਗਾਤਾਰ ਜਿਹੜੀ ਹੈ ਸਥਿਤੀ ਕੁਝ ਬਦਲਦੀ ਨਜ਼ਰ ਆ ਰਹੀ ਹੈ। ਇਸ ਤਰੀਕੇ ਦਾ ਜਿਹੜਾ ਉਹ ਮਾਹੌਲ ਇੱਥੇ ਅੱਜ ਬਣਿਆ ਹੋਇਆ ਅਤੇ ਜਿਹੜੀ ਦਿੱਲੀ ਪੁਲਿਸ ਆ ਉਹ ਲਗਾਤਾਰ ਜਿਹੜੀ ਹੈ ਉਹ ਬੈਰੀਗੇਟਿੰਗ ਕਰ ਰਹੀ ਹੈ। ਲਗਾਤਾਰ ਜਿਹੜੀ ਬੈਰੀਗੇਟਿੰਗ ਕੀਤੀ ਜਾ ਰਹੀ ਹੈ ਅਤੇ ਇੱਥੇ ਰਸਤਾ ਜਿਹੜਾ ਉਹ ਬਲੌਕ ਕੀਤਾ ਜਾ ਰਿਹਾ ਹੈ। ਸੋ ਇਸ ਤਰੀਕੇ ਦਾ ਜਿਹੜਾ ਮਾਹੌਲ ਜਾਣ ਬੁੱਝ ਕੇ ਕਿਸਾਨਾਂ ਦਾ ਜਿਹੜਾ ਗੁੱਸਾ ਪਰਖਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਵਾਲ ਇਹ ਹੈ ਕਿ ਕਿਉਂ ਇੱਥੇ ਇਸ ਤਰੀਕੇ ਦੀ ਹਰਕਤ ਕਿਉਂ ਕੀਤੀ ਜਾ ਰਹੀ ਹੈ ਅੱਜ, ਜਦ ਕਿ ਜਿਹੜੇ ਨੇ ਉਹ ਕਿਸਾਨ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਪ੍ਰੋਟੈਸਟ ਕਰ ਰਹੇ ਨੇ। ਫਿਰ ਕੀ ਇਦਾਂ ਦਾ ਮਾਹੌਲ ਕਰਕੇ ਜਿਹੜਾ ਕਿਸਾਨਾਂ ਦਾ ਗੁੱਸਾ ਪਰਖਿਆ ਜਾ ਰਿਹਾ ਹੈ। ਕਿਸਾਨ ਅੱਗੇ ਸ਼ਾਂਤ ਤਰੀਕੇ ਦੇ ਨਾਲ ਜਿਹੜਾ ਉਹ ਪ੍ਰੋਟੈਸਟ ਕਰ ਰਹੇ ਨੇ। ਅੱਗੇ ਨਿਹੰਗ ਜਥੇਬੰਦੀਆਂ ਨੇ, ਹਾਲਾਂਕਿ ਨਿਹੰਗ ਜਥੇਬੰਦੀਆਂ ਵੀ ਹਾਲੇ ਬਿਲਕੁਲ ਸ਼ਾਂਤ ਤਰੀਕੇ ਦੇ ਨਾਲ ਉੱਥੇ ਮੌਜੂਦ ਨੇ। ਪੁਲਿਸ ਆਪਣੀ ਜਿਹੜੀ ਹੈ ਇਹ ਹਰਕਤ ਕਰ ਰਹੀ ਹੈ। ਪੁਲਿਸ ਦੇ ਵੱਲੋਂ ਜਿਹੜੀ ਹੈ ਉਹ ਬੈਰੀਗੇਟਿੰਗ ਕੀਤੀ ਜਾ ਰਹੀ ਹੈ। ਬੈਰੀਗੇਟਿੰਗ ਗਾਂਹ ਪਛਾਣ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਨੇ ਯੋਗੇਂਦਰ ਯਾਦਵ ਅਤੇ ਬਲਬੀਰ ਸਿੰਘ ਰਾਜੇਵਾਲ ਸਣੇ ਹੋਰਨਾਂ ਕਿਸਾਨ ਨੇਤਾਵਾਂ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਬਾਰੇ ਨੋਟਿਸ ਜਾਰੀ ਕਰਦਿਆਂ ਪੁੱਛਿਆ ਹੈ ਕਿ ਕੀ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ। ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਪੁਲਿਸ ਨੇ ਇਹਨਾਂ ਕਿਸਾਨ ਆਗੂਆਂ ਨੂੰ 3 ਦਿਨਾਂ ਵਿੱਚ ਆਪਣੇ ਜਵਾਬ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਨੂੰ ਉਹਨਾਂ ਕਿਸਾਨ ਆਗੂਆਂ ਦੇ ਲੁੱਕਆਊਟ ਨੋਟਿਸ ਜਾਰੀ ਕਰਨ ਦੀ ਹਦਾਇਤ ਦੇ ਦਿੱਤੀ ਹੈ ਜਿਨ੍ਹਾਂ ਦੇ ਨਾਮ 26 ਜਨਵਰੀ ਦੀ ਕਿਸਾਨ ਪਰੇਡ 'ਚ ਹੋਈ ਹਿੰਸਾ ਦੇ ਸਬੰਧ 'ਚ ਦਾਇਰ ਹੋਈਆਂ FIRs 'ਚ ਸ਼ਾਮਲ ਨੇ। ਕਿਸਾਨ ਆਗੂਆਂ ਦੇ ਲੁੱਕਆਊਟ ਨੋਟਿਸ ਜਾਰੀ ਕਰਨ ਬਾਰੇ ਫੈਸਲਾ ਕੇਂਦਰੀ ਗ੍ਰਹਿ ਮੰਤਰਾਲੇ ਦੀ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ, ਜਿੱਥੇ ਦਿੱਲੀ ਪੁਲਿਸ ਨੂੰ ਹਦਾਇਤ ਕੀਤੀ ਗਈ ਉਹ ਆਰੋਪੀ ਕਿਸਾਨ ਆਗੂਆਂ ਦੇ ਪਾਸਪੋਰਟ ਆਪਣੇ ਕੋਲ ਜਮ੍ਹਾਂ ਕਰਵਾ ਲਵੇ। ਦਿੱਲੀ ਪੁਲਿਸ ਨੂੰ 37 ਕਿਸਾਨ ਆਗੂਆਂ ਵਿਰੁੱਧ ਨੋਟਿਸ ਜਾਰੀ ਕਰਨ ਲਈ ਆਖਿਆ ਗਿਆ ਹੈ, ਜਿਨ੍ਹਾਂ ਵਿੱਚ ਯੋਗੇਂਦਰ ਯਾਦਵ, ਬਲਦੇਵ ਸਿੰਘ ਸਿਰਸਾ, ਦਰਸ਼ਨਪਾਲ, ਰਾਕੇਸ਼ ਟਕੈਤ, ਮੇਧਾ ਪਾਟੇਕਰ ਤੇ ਹੋਰ ਆਗੂ ਸ਼ਾਮਲ ਨੇ। ਇਸ ਦੌਰਾਨ ਪੰਜਾਬੀ ਅਦਾਕਾਰ ਤੇ ਗਾਇਕ ਦੀਪ ਸਿੱਧੂ ਤੇ ਗੈਂਗਸਟਰ ਤੋਂ ਸਮਾਜਿਕ ਕਾਰਕੁਨ ਬਣੇ ਲੱਖਾ ਸਿਧਾਣਾ ਦੇ ਨਾਮ ਵੀ FIR 'ਚ ਸ਼ਾਮਲ ਕਰ ਲਏ ਗਏ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਕਿਸਾਨਾਂ ਦੇ ਗਣਤੰਤਰ ਦਿਵਸ ਦੇ ਟਰੈਕਟਰ ਪਰੇਡ ਦੌਰਾਨ ਰਾਸ਼ਟਰੀ ਰਾਜਧਾਨੀ ਵਿੱਚ ਹਿੰਸਾ ਲਈ ਝੂਠੇ ਕੇਸ ਦਰਜ ਕਰਨ ਦੀ ਥਾਂ ਅਸਲ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਘਟਨਾ ਮੰਦਭਾਗੀ ਹੈ। ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਇਹ ਘਟਨਾ ਪਿਛਲੇ ਸਾਲ ਸਤੰਬਰ 'ਚ ਕੇਂਦਰ ਵੱਲੋਂ ਬਣਾਏ ਗਏ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਨੂੰ ਖਤਮ ਨਹੀਂ ਕਰਦੀ। ਉਹਨਾਂ ਨੇ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਕਿਸਾਨਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਕੇਜਰੀਵਾਲ ਨੇ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਬਹੁਤ ਦੁਖੀ ਹੈ। 70 ਸਾਲਾਂ ਤੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। 72वें गणतंत्र दिवस मौके अंदोलनकारी किसानां ने राजधानी दिल्ली 'ਚ ਇਸ ਵਾਰ ਟਰੈਕਟਰ ਪਰੇਡ ਕੱਢੀ, ਪਰ ਕੁਝ ਲੋਕਾਂ ਕਾਰਨ ਹਿੰਸਾ ਦੀਆਂ ਘਟਨਾਵਾਂ ਵਾਪਰ ਗਈਆਂ। ਕਿਸਾਨ ਟਰੈਕਟਰ ਮਾਰਚ ਦੇ ਤੈਅ ਰੂਟ ਦੀ ਥਾਂ ਦਿੱਲੀ ਦੇ ਲਾਲ ਕਿਲੇ ਤੱਕ ਪੁੱਜ ਗਏ। ਇਸ ਘਟਨਾ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪ੍ਰਤੀਕਰਮ ਪਹਿਲੀ ਵਾਰ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ ਦੀ ਰਾਸ਼ਟਰੀ ਕੌਂਸਲ ਦੀ ਬੈਠਕ ਵਿੱਚ ਕੀਤੇ ਸੰਬੋਧਨ 'ਚ ਕੇਜਰੀਵਾਲ ਨੇ ਕਿਹਾ ਕਿ 26 ਜਨਵਰੀ ਨੂੰ ਜੋ ਕੁਝ ਵੀ ਹੋਇਆ ਉਹ ਮੰਦਭਾਗਾ ਸੀ, ਜੋ ਹਿੰਸਾ ਹੋਈ ਉਹ ਵੀ ਮੰਦਭਾਗੀ ਸੀ। ਉਹਨਾਂ ਕਿਹਾ ਕਿ ਕਿਸਾਨਾਂ ਉੱਤੇ ਐਵੇਂ ਝੂਠੇ ਕੇਸ ਪਾਏ ਜਾ ਰਹੇ ਨੇ। ਜੋ ਵੀ ਇਸ ਲਈ ਜ਼ਿੰਮੇਵਾਰ ਹੈ, ਜੋ ਵੀ ਪਾਰਟੀ ਇਸ ਲਈ ਅਸਲ ਵਿੱਚ ਜ਼ਿੰਮੇਵਾਰ ਹੈ, ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਕੇਜਰੀਵਾਲ ਨੇ ਅਪੀਲ ਕੀਤੀ ਕਿ ਆਮ ਲੋਕਾਂ ਨੂੰ ਮਿਲ ਕੇ ਕਿਸਾਨਾਂ ਦਾ ਅਹਿੰਸਾ ਪੂਰਵਕ ਸਾਥ ਦੇਣਾ ਚਾਹੀਦਾ है। 26 जनवरी को जो कुछ भी हुआ वो दुर्भाग्यपूर्ण था। जो हिंसा हुई वो दुर्भाग्यपूर्ण थी। जो भी उसके लिए जिम्मेदार हैं और जो जिम्मेदार हैं वो जिस तरह से फर्जी केस पे केस लगा रहे हैं वो नहीं, जो भी उसके लिए असल में जिम्मेदार हैं, जो भी पार्टी उसके लिए असल में जिम्मेदार है, उसको सख्त से सख्त सजा मिलनी चाहिए। लेकिन उस दिन हिंसा हुई, इस वजह से किसानों के मुद्दे नहीं खत्म हो गए। मुद्दे आज भी बरकरार है। जिस मुद्दों की वजह से वो 60 दिन से बेचारे बैठे हैं, वो मुद्दे नहीं खत्म हो गए। कह रहे हैं अब तो आंदोलन खत्म। आंदोलन कैसे खत्म? वो किसानों की जो दुखती समस्या है वो तो आज भी है। तो वो आंदोलन खत्म नहीं हो सकता, वो उनके मुद्दे खत्म नहीं हो सकते। और जिस देश का किसान दुखी है वो देश कभी भी सुखी नहीं हो सकता। हम सब लोगों को मिलके किसानों का साथ देना है। अपने अपने इलाके में अहिंसा पूर्वक, शांति पूर्वक सबको साथ देना है
और जब भी किसानों का साथ देने जाओ, अपना झंडा डंडा टोपी घर छोड़ के जाना। वहाँ हमें पूरे गैर राजनीतिक तरीके से एक आम आदमी बन के जाना है, इस देश का एक आम नागरिक बन के जाना है। वहाँ पे कोई राजनीति नहीं करनी उसके साथ। ਰਾਸ਼ਟਰੀ ਕੌਂਸਲ ਦੀ ਮੀਟਿੰਗ ਵਿੱਚ ਕਿਸਾਨਾਂ ਦਾ ਜ਼ਿਕਰ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜਕੱਲ ਦੇਸ਼ ਦਾ ਕਿਸਾਨ ਬਹੁਤ ਦੁਖੀ ਹੈ। ਪਿਛਲੇ 70 ਸਾਲਾਂ ਤੋਂ ਸਾਰੀਆਂ ਪਾਰਟੀਆਂ ਨੇ ਮਿਲ ਕੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ। ਕਦੇ ਆਖਦੇ ਸਨ ਕਿ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ, ਪਰ ਕਿਸੇ ਨੇ ਕੁਝ ਨਹੀਂ ਕੀਤਾ। ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਤਿੰਨੇ ਨਵੇਂ ਖੇਤੀ ਕਾਨੂੰਨ ਕਿਸਾਨਾਂ ਤੋਂ ਉਹਨਾਂ ਦੀ ਖੇਤੀ ਖੋਹ ਕੇ ਕੁਝ ਪੂੰਜੀਪਤੀਆਂ ਦੇ ਹਵਾਲੇ ਕਰ ਦਿੱਤੇ ਜਾਣਗੇ। ਕੇਜਰੀਵਾਲ ਮੁਤਾਬਕ ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਨੇ, ਇਸ ਲਈ ਇੰਨੀ ਠੰਡ ਵਿੱਚ ਵੀ ਸੜਕਾਂ ਉੱਤੇ ਬੈਠਣ ਲਈ ਮਜਬੂਰ ਨੇ। आजकल हमारे देश का किसान बहुत दुखी है। 70 साल से सभी पार्टियों ने मिलकर किसानों को धोखा दिया। कभी कहते थे तुम्हारा लोन माफ करेंगे, किसी ने लोन माफ नहीं किया। कभी कहते थे तुम्हारे बच्चों को नौकरी देंगे, किसी ने नौकरी नहीं दी। पिछले 25 साल में बताते हैं 3.5 लाख किसान आत्महत्या कर चुके हैं देश के अंदर। किसी ने किसानों की सुध नहीं ली। और अब ये जो तीनों बिल आए हैं, ये तीनों बिल एक तरह से किसानों से उनकी खेती छीन के इन 2-4 पूंजीपतियों को सौंप देंगे। तो अब किसान के लिए अस्तित्व का सवाल हो गया कि अब अगर सड़क पे नहीं उतरेगा तो किसान ही नहीं बचेगी, और अगर किसान ही नहीं बचेगी तो बेचारा किसान जाएगा कहाँ, वो अपने परिवार को कैसे पालेगा। मैं कई बार सोचता हूँ कि इतनी ठंड के अंदर किसान कैसे बैठे हैं। वो इसीलिए बैठे हैं क्योंकि अगर नहीं बैठेंगे तो फिर कुछ बचेगा ही नहीं उनका। ਦੱਸ ਦਈਏ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਹੈ। ਆਮ ਆਦਮੀ ਪਾਰਟੀ ਦੇ ਵਰਕਰ ਲਗਾਤਾਰ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋ ਰਹੇ ਨੇ। ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਤੇ ਸੰਜੇ ਸਿੰਘ ਸੰਸਦ ਭਵਨ 'ਚ ਪ੍ਰਧਾਨ ਮੰਤਰੀ ਮੋਦੀ ਦੇ ਅੱਗੇ ਖੇਤੀ ਕਾਨੂੰਨਾਂ ਵਿਰੁੱਧ ਨਾਅਰੇਬਾਜ਼ੀ ਵੀ ਕਰ ਚੁੱਕੇ ਨੇ। 29 ਜਨਵਰੀ ਨੂੰ ਸ਼ੁੱਕਰਵਾਰ ਨੂੰ ਬਜਟ ਸੈਸ਼ਨ ਦਾ ਆਗਾਜ਼ ਹੋਵੇਗਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਸੈਸ਼ਨ ਸ਼ੁਰੂ ਹੋਵੇਗਾ। ਆਮ ਆਦਮੀ ਪਾਰਟੀ ਤੇ ਕਾਂਗਰਸ ਸਣੇ 16 ਵਿਰੋਧੀ ਪਾਰਟੀਆਂ ਨੇ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਇਕਜੁੱਟਤਾ ਜ਼ਾਹਰ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੰਬੋਧਨ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਇਹ ਜਾਣਕਾਰੀ ਦਿੱਤੀ ਹੈ। इन 16 राजनीतिक दलों में उनकी तरफ से हम आज स्टेटमेंट रिलीज कर रहे हैं, जो उन्होंने जॉइंट स्टेटमेंट में कल का माननीय राष्ट्रपति का जो भाषण है सेंट्रल हॉल में, उसको बाइकाट किया। और उसका सबसे बड़ा कारण है कि इस सरकार ने पिछले 2 महीने से ज़्यादा जिस तरह से किसानों की एजिटेशन और किसानों की जो मांगें थी, जो सरकार ने पार्लियामेंट में बिल लाए थे, जिसमें विपक्ष चाहे वो लोकसभा में हो या राज्यसभा में हो, उनकी मर्जी के बगैर ज़बरदस्ती ये बिल पास किए थे। और तभी से पूरे देश में किसानों की और किसान लोगों से जो हमदर्दी रखते हैं और जानते हैं किसानों की भूमिका इस देश को आगे चलाने के लिए और किसानों की भूमिका हिंदुस्तान को आज़ाद करने के लिए और किसानों की भूमिका इस इतने बड़े विशाल देश को खाना देने के लिए, अनाज पैदा करने के लिए जो जिम्मेदार हैं, उनके साथ इस सरकार ने किस तरह से बर्ताव किया। किसान आगू जोगिंदर सिंह उगराहा ने दावा किया है कि 26 जनवरी ਨੂੰ ਪਹਿਲਾਂ ਸਰਕਾਰ ਵੱਲੋਂ ਹਿੰਸਾ ਕਰਵਾਈ ਗਈ ਤੇ ਫਿਰ 200 ਦੇ ਕਰੀਬ ਕਿਸਾਨਾਂ ਨੂੰ ਥਾਣਿਆਂ ਅੰਦਰ ਬੰਦ ਕਰ ਦਿੱਤਾ ਗਿਆ। ਉਗਰਾਹਾ ਨੇ ਕਿਹਾ ਕਿ ਸਰਕਾਰ ਕਿਸਾਨ ਆਗੂਆਂ ਤੇ ਝੂਠੇ ਪਰਚੇ ਦਰਜ ਕਰ ਰਹੀ ਹੈ, ਪਰ ਉਹਨਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ। ਅਸੀਂ ਇਸ ਖਿਲਾਫ ਲੜਾਂਗੇ, ਜਿੱਤ ਹਾਸਲ ਕਰਾਂਗੇ। ਉਗਰਾਹਾ ਮੁਤਾਬਕ ਅੰਦੋਲਨ ਨੂੰ ਸਫਲ ਬਣਾਉਣ ਲਈ ਹੁਣ ਸਬਰ ਤੇ ਇਕਜੁੱਟਤਾ ਦੀ ਲੋੜ ਹੈ।
26 ਜਨਵਰੀ ਵਾਲੇ ਦਿਨ ਲਾਲ ਕਿਲੇ ਉੱਤੇ ਹੋਏ ਹੰਗਾਮੇ ਲਈ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਉਗਰਾਹਾਂ ਮੁਤਾਬਕ ਸਰਕਾਰ ਨੇ ਦੀਪ ਸਿੱਧੂ ਵਰਗੇ ਆਪਣੇ ਏਜੰਟਾਂ ਰਾਹੀਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ, ਜੋ ਕਾਫੀ ਦੇਰ ਤੋਂ ਅੰਦੋਲਨ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਗਰਾਹਾਂ ਨੇ ਮੰਨਿਆ ਕਿ ਇਸ ਘਟਨਾ ਤੋਂ ਬਾਅਦ ਅੰਦੋਲਨ ਨੂੰ ਕੁਝ ਢਾਹ ਜ਼ਰੂਰ ਲੱਗੀ ਹੈ, ਪਰ ਉਹਨਾਂ ਨੇ ਉਮੀਦ ਜਤਾਈ ਕਿ ਆਖਰੀ ਜਿੱਤ ਕਿਸਾਨਾਂ ਦੀ ਹੀ ਹੋਵੇਗੀ। ਉਗਰਾਹਾਂ ਨੇ ਕਿਹਾ ਕਿ ਲਾਲ ਕਿਲੇ ਦੀ ਘਟਨਾ ਤੋਂ ਬਾਅਦ 200 ਦੇ ਕਰੀਬ ਕਿਸਾਨ ਥਾਣਿਆਂ 'ਚ ਬੰਦ ਨੇ, ਉਹਨਾਂ ਦੇ ਟਰੈਕਟਰ ਵੀ ਗਾਇਬ ਨੇ। ਸਰਕਾਰ ਨੇ ਅੰਦੋਲਨ ਖਤਮ ਕਰਵਾਉਣ ਲਈ ਕਿਸਾਨ ਆਗੂਆਂ ਉੱਤੇ ਝੂਠੇ ਕੇਸ ਦਰਜ ਕੀਤੇ ਨੇ। ਉਗਰਾਹਾਂ ਨੇ ਕਿਹਾ ਕਿ ਇਹ ਸਮਾਂ ਅੰਦੋਲਨ ਨੂੰ ਹੋਰ ਮਜ਼ਬੂਤ ਅਤੇ ਧਰਮ ਨਿਰਪੱਖ ਰੱਖਣ ਦਾ ਹੈ ਤਾਂ ਕਿ ਸਰਕਾਰ ਦੇ ਮਨਸੂਬਿਆਂ ਨੂੰ ਫੇਲ ਕੀਤਾ ਜਾ ਸਕੇ। 26 ਜਨਵਰੀ ਵਾਲੇ ਦਿਨ ਇੱਕ ਪਾਸੇ ਮੋਦੀ ਸਰਕਾਰ ਨੇ ਵੱਖ-ਵੱਖ ਕਿਸਮ ਦੀਆਂ ਝਲਕੀਆਂ ਕੱਢ ਕੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਸਰਦਾਰੀ ਕਾਇਮ ਕਰਕੇ ਉਹਨਾਂ ਨੂੰ ਉਚਾਇਆ ਜਾ ਰਿਹਾ ਹੈ, ਉਹਨਾਂ ਦੀ ਨਾਲ ਵਫਾਦਾਰੀ ਕਮਾਈ ਜਾ ਰਹੀ ਹੈ। ਦੂਜੇ ਪਾਸੇ ਕਿਸਾਨਾਂ ਵੱਲੋਂ ਦਿੱਲੀ ਦੇ ਵਿੱਚ ਇੱਕ ਵੱਡਾ ਰੋਸ ਪ੍ਰੋਟੈਸਟ ਕਰਕੇ ਉਹਨਾਂ ਦੇ ਖਿਲਾਫ ਇੱਕ ਸਾਜ਼ਿਸ਼ ਭਰੇ ਢੰਗ ਨਾਲ ਆਪਣੇ ਹੀ ਸ਼ਿੰਗਾਰੇ ਹੋਏ ਬੰਦਿਆਂ ਰਾਹੀਂ ਇਸ ਲਹਿਰ ਨੂੰ ਫੇਲ ਕਰਨ ਦੀ ਖਾਤਰ ਲਾਲ ਕਿਲੇ ਦੇ ਉੱਤੇ ਇਹ ਕਾਰਵਾਈ ਨਿੰਦਣਯੋਗ ਕਾਰਵਾਈ ਜਿਹੜੀ ਕਰਵਾਈ ਹੈ, ਇਹ ਕਿਸਾਨਾਂ ਦੇ ਅੰਦੋਲਨ ਨੂੰ ਫੇਲ ਕਰਨ ਦੀ ਖਾਤਰ ਕਰਵਾਈ ਹੈ। ਇਸ ਅੰਦੋਲਨ ਦੇ ਵਿੱਚ ਉਹਨਾਂ ਦੀ ਘੁਸਪੈਠ ਬਹੁਤ ਚਿਰ ਤੋਂ ਹੋ ਰਹੀ ਸੀ। ਉਹ ਜਿਹੜੇ ਨੇ ਉਹ ਬੰਦੇ ਸ਼ਰਾਰਤੀ ਅਨਸਰ ਸੀ, ਜਿਹੜੇ ਬੀਜੇਪੀ ਦੇ ਸ਼ਿੰਗਾਰੇ ਹੋਏ ਦੀਪ ਸਿੱਧੂ ਵਰਗੇ, ਉਹ ਚਿਰਾਂ ਤੋਂ ਇਸ ਅੰਦੋਲਨ ਦੇ ਵਿੱਚ ਘੁਸਪੈਠ ਕਰ ਰਹੇ ਸੀ। ਕਦੇ ਵੀ ਉਹ ਅੰਦੋਲਨ ਦਾ ਹਿੱਸਾ ਨਹੀਂ ਰਹੇ ਅਤੇ ਉਹਨਾਂ ਨੂੰ ਨਖੇੜਨ 'ਚ ਅਤੇ ਉਹਨਾਂ 'ਚੋਂ ਖਦੇੜਨ ਦੇ ਵਿੱਚ ਸਾਡੀ ਕਿਸਾਨ ਲਹਿਰ ਲੇਟ ਹੋਈ ਹੈ। ਇਸ ਕਰਕੇ ਸਾਨੂੰ ਉਹਨਾਂ ਦੀ ਦਖਲਅੰਦਾਜ਼ੀ ਦੀ ਲੇਟ ਹੋਣ ਕਰਕੇ ਸਾਨੂੰ ਲਹਿਰ ਨੂੰ ਕੁਛ ਨਾ ਕੁਛ ਨੁਕਸਾਨ ਝੱਲਣਾ ਪਿਆ ਹੈ। ਆਹ ਕਿਸਾਨਾਂ ਦੇ ਇਹ ਬਹਾਨਾ ਬਣਾ ਕੇ 200 ਕਿਸਾਨ ਥਾਣਿਆਂ 'ਚ ਬੰਦ ਨੇ, ਟਰੈਕਟਰਾਂ ਦਾ ਨਹੀਂ ਪਤਾ ਲੱਗ ਰਿਹਾ, ਬੰਦਿਆਂ ਦਾ ਨਹੀਂ ਪਤਾ ਲੱਗ ਰਿਹਾ, ਅਤੇ ਸਰਕਾਰ ਨੇ ਆਗੂਆਂ 'ਤੇ ਝੂਠੇ ਪਰਚੇ ਪਾਏ ਹੈ, ਹੋਰ ਪਰਚੇ ਪਾਉਣ ਦੀ ਸਕੀਮ ਬਣਾ ਰਹੀ ਹੈ। ਇਹ ਮਨਸੂਬਿਆਂ ਦੇ ਵਿੱਚ ਉਹਨੂੰ ਫੇਲ ਕਰਨ ਦੀ ਖਾਤਰ ਸਾਡੇ ਸੰਘਰਸ਼ ਨੂੰ ਹੋਰ ਤਕੜਾ ਕਰਨ ਦੀ ਲੋੜ ਹੈ, ਇਹਨੂੰ ਧਰਮ ਨਿਰਪੱਖ ਰੱਖਣ ਦੀ ਲੋੜ ਹੈ, ਇਹਨੂੰ ਜਾਤਾਂ ਪਾਤਾਂ ਤੋਂ ਸਿਰਫ ਕਿੱਤੇ ਦਾ ਘੋਲ ਬਣਾ ਕੇ ਲੜਨ ਦੀ ਲੋੜ ਹੈ। ਅਤੇ ਇਹਦੇ ਖਾਤਰ ਸਾਰੇ ਹਿੰਦੁਸਤਾਨ ਦੀਆਂ ਦੂਜੀਆਂ ਸਟੇਟਾਂ ਦੇ ਕਿਸਾਨਾਂ ਨੂੰ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਖਾਤਰ ਇਸ ਸੰਘਰਸ਼ ਨੂੰ ਤਿੱਖਾ ਕਰਨ ਦੀ ਲੋੜ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇਸ ਗੱਲ ਦਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਵਿੱਚੋਂ ਵਾਪਸ ਪਰਤ ਰਹੇ ਨੇ। ਉਹਨਾਂ ਕਿਹਾ ਕਿ ਜੋ ਟਰੈਕਟਰ 26 ਜਨਵਰੀ ਲਈ ਆਏ ਸਨ, ਉਹਨਾਂ ਨੇ ਪਰੇਡ ਤੋਂ ਬਾਅਦ ਵਾਪਸ ਪਰਤਣਾ ਹੀ ਸੀ। ਬਾਕੀ ਇੱਥੇ ਬੈਠੇ ਕਿਸਾਨਾਂ ਵਿੱਚੋਂ ਵੀ ਕੁਝ ਵਾਪਸ ਜਾਂਦੇ ਨੇ ਤਾਂ ਉਹਨਾਂ ਦੀ ਜਗ੍ਹਾ ਹੋਰ ਨਵੇਂ ਆ ਜਾਂਦੇ ਨੇ। ਇਹ ਅਦਲਾ ਬਦਲੀ ਚੱਲਦੀ ਰਹਿੰਦੀ ਹੈ। ਉਗਰਾਹਾਂ ਨੇ ਕਿਹਾ ਕਿ ਅੰਦੋਲਨ ਪਹਿਲਾਂ ਵਾਂਗ ਹੀ ਚੜ੍ਹਦੀ ਕਲਾ ਵਿੱਚ ਹੈ, ਇਸ ਨੂੰ ਸਫਲ ਬਣਾਉਣ ਲਈ ਸਬਰ ਦੀ ਲੋੜ ਹੈ। ਸਰਕਾਰ ਨੇ ਕੇਸ ਦਰਜ ਕੀਤੇ ਨੇ, ਅਸੀਂ ਇਸ ਖਿਲਾਫ ਲੜਾਂਗੇ ਅਤੇ ਜਿੱਤ ਹਾਸਿਲ ਕਰਾਂਗੇ। ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵੀ ਲੋਕ ਮੁੜ ਰਹੇ ਨੇ, ਲੋਕ ਇਹ ਅੰਦੋਲਨ ਦੇ ਵਿੱਚੋਂ ਉਹਨਾਂ ਨੂੰ ਨਿਰਾਸ਼ਤਾ ਪਏਗੀ, ਇਹੀ ਜੀ ਕੋਈ ਗੱਲ ਨਹੀਂ ਹੈ। ਜਿਹੜੇ 26 ਤਰੀਕ ਵਾਸਤੇ ਟਰੈਕਟਰ ਆਏ ਸੀ, ਉਹ 26 ਨੂੰ ਆਉਣਾ ਸੀ ਅਤੇ 27 ਨੂੰ ਉਹਨਾਂ ਨੇ ਮੁੜਨਾ ਸੀ। ਉਹ 27 ਨੂੰ ਵੀ ਮੁੜੇ ਨੇ, ਉਹ ਅੱਜ ਵੀ ਮੁੜ ਰਹੇ ਨੇ, ਉਹ ਕੱਲ੍ਹ ਵੀ ਮੁੜੇ ਨੇ। ਇਸ ਕਰਕੇ ਉਹਨਾਂ ਨੂੰ ਮੁੜਨ ਦਾ, ਉਹ ਆਏ ਮੁੜਨ ਦੀ ਖਾਤਰ ਸੀ। ਜਿਹੜਾ ਪੱਕਾ ਹਿੱਸਾ ਬੈਠਾ ਉਹਨਾਂ 'ਚੋਂ ਅਦਲਾ ਬਦਲੀਆਂ ਹੁੰਦੀਆਂ ਰਹਿੰਦੀਆਂ ਨੇ। ਇਸ ਕਰਕੇ ਘੋਲ ਸਥਾਪਿਤ ਹੈ, ਘੋਲ ਲੜ ਰਹੇ ਹਾਂ ਅਸੀਂ, ਨਿਰਾਸ਼ ਹੋਣ ਦੀ ਲੋੜ ਨਹੀਂ। ਸਰਕਾਰ ਦਾ ਅਟੈਕ ਹੈ, ਅਟੈਕ ਦਾ ਜਵਾਬ ਦੇਵਾਂਗੇ। ਸਰਕਾਰ ਨੇ ਪਰਚੇ ਪਾਏ ਨੇ, ਹੋਰ ਪਰਚੇ ਪਾ ਸਕਦੀ ਹੈ। ਇਹ ਉਹਨਾਂ ਦਾ ਇੱਕ ਹਮਲਾ ਹੈ, ਇਸ ਹਮਲੇ ਦਾ ਜਵਾਬ ਦੇਣ ਦੀ ਲੋੜ ਹੈ। ਇਸ ਕਰਕੇ ਠਰਮੇ ਨਾਲ ਖੜੋ, ਲੜਾਂਗੇ, ਜਿੱਤਾਂਗੇ। ਦੱਸ ਦਈਏ ਕਿ ਕੁਝ ਮੀਡੀਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਸੀ ਕਿ ਲਾਲ ਕਿਲੇ ਦੀ ਘਟਨਾ ਤੋਂ ਬਾਅਦ ਨਿਰਾਸ਼ ਹੋ ਕੇ ਕਿਸਾਨ ਆਪਣੇ ਘਰਾਂ ਨੂੰ ਮੁੜਨਾ ਸ਼ੁਰੂ ਹੋ ਗਏ ਨੇ। ਉਗਰਾਹਾਂ ਨੇ ਅਜਿਹੀਆਂ ਸਾਰੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਅਤੇ ਅੰਦੋਲਨ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਅਨੁਸ਼ਾਸਨ 'ਚ ਰੱਖਣ ਦੀ ਗੱਲ ਆਖੀ ਹੈ।
ਉਗਰਾਹਾਂ ਮੁਤਾਬਕ ਹੁਣ ਉਹ ਇੱਥੋਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਆਪਣੇ ਘਰਾਂ ਨੂੰ ਵਾਪਸ ਪਰਤਣਗੇ। ਕਿਸਾਨ ਆਗੂਆਂ ਵੱਲੋਂ ਗੱਦਾਰ ਕਹੇ ਜਾਣ ਤੋਂ ਬਾਅਦ ਪੰਜਾਬੀ ਐਕਟਰ ਦੀਪ ਸਿੱਧੂ ਭੜਕ ਗਿਆ ਹੈ। ਦੇਰ ਰਾਤ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੀਪ ਸਿੱਧੂ ਨੇ ਕਿਸਾਨ ਆਗੂਆਂ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ। ਦੀਪ ਸਿੱਧੂ ਨੇ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਉਸਨੇ ਮੂੰਹ ਖੋਲ੍ਹਿਆ ਤਾਂ ਕਿਸਾਨ ਆਗੂਆਂ ਨੂੰ ਦਿੱਲੀ ਤੋਂ ਭੱਜਣ ਲਈ ਰਾਹ ਨਹੀਂ ਲੱਭਣਾ। ਸਿੱਧੂ ਮੁਤਾਬਕ ਅਜੇ ਤੱਕ ਉਹ ਮੋਰਚੇ ਦੀ ਏਕਤਾ ਰੱਖਣ ਲਈ ਚੁੱਪ ਸੀ, ਪਰ ਹੁਣ ਗੱਲ ਬਰਦਾਸ਼ਤ ਤੋਂ ਬਾਹਰ ਹੁੰਦੀ ਜਾ ਰਹੀ ਹੈ। ਲਾਲ ਕਿਲੇ ਉੱਤੇ ਨਿਸ਼ਾਨ ਸਾਹਿਬ ਚੜਾਏ ਜਾਣ ਤੋਂ ਬਾਅਦ ਲੋਕਾਂ ਨੂੰ ਭੜਕਾਉਣ ਦੇ ਦੋਸ਼ੀ ਦੱਸੇ ਜਾ ਰਹੇ ਪੰਜਾਬੀ ਐਕਟਰ ਦੀਪ ਸਿੱਧੂ ਨੇ ਖੁਦ ਨੂੰ ਬੇਗੁਨਾਹ ਦੱਸਿਆ। ਦੀਪ ਸਿੱਧੂ ਨੇ ਦੇਰ ਰਾਤ ਫੇਸਬੁੱਕ ਉੱਤੇ ਲਾਈਵ ਹੋ ਕੇ ਕਿਸਾਨ ਆਗੂਆਂ ਨੂੰ ਸਿੱਧੀ ਧਮਕੀ ਦਿੱਤੀ। ਦੀਪ ਸਿੱਧੂ ਨੇ ਕਿਹਾ ਕਿ ਕਿਸਾਨ ਆਗੂਆਂ ਨੇ ਉਸ ਨੂੰ ਗੱਦਾਰੀ ਦਾ ਸਰਟੀਫਿਕੇਟ ਦੇ ਦਿੱਤਾ ਹੈ, ਪਰ ਜੇ ਉਸਨੇ ਪਰਤਾਂ ਖੋਲ੍ਹਣੀਆਂ ਸ਼ੁਰੂ ਕੀਤੀਆਂ ਤਾਂ ਕਿਸਾਨ ਲੀਡਰਾਂ ਨੂੰ ਦਿੱਲੀ ਤੋਂ ਭੱਜਣ ਦਾ ਰਾਹ ਨਹੀਂ ਲੱਭਣਾ। ਦੀਪ ਸਿੱਧੂ ਨੇ ਕਿਹਾ ਕਿ ਉਸ ਖਿਲਾਫ ਨਫ਼ਰਤ ਫੈਲਾਈ ਜਾ ਰਹੀ ਹੈ, ਪਰ ਉਹ ਇਸ ਲਈ ਚੁੱਪ ਸੀ ਕਿ ਇਸ ਨਾਲ ਸੰਘਰਸ਼ ਨੂੰ ਕੋਈ ਨੁਕਸਾਨ ਨਾ ਪਹੁੰਚੇ, ਪਰ ਹੁਣ ਗੱਲ ਕਰਨੀ ਜ਼ਰੂਰੀ ਹੋ ਗਈ ਹੈ। ਬੜਾ ਕੁਝ ਮੈਂ ਸੁਣ ਰਿਹਾ, ਦੇਖ ਰਿਹਾ, ਬੜਾ ਕੂੜ ਪ੍ਰਚਾਰ ਤੇ ਨਫ਼ਰਤ ਫੈਲਾਈ ਜਾ ਰਹੀ ਹੈ ਮੇਰੇ ਖਿਲਾਫ, ਤੇ ਮੈਂ ਸਭ ਕੁਝ ਪੀ ਰਿਹਾ ਇਸ ਕਰਕੇ ਵੀ ਇੱਕ ਸਾਂਝੀ ਲੜਾਈ ਤੇ ਇੱਕ ਸੰਘਰਸ਼ ਜੋ ਅਸੀਂ ਵਿੱਢਿਆ, ਸਾਡੇ ਮੋਰਚੇ ਨੂੰ ਕੋਈ ਢਾਹ ਨਾ ਲੱਗੇ। ਪਰ ਹੁਣ ਜਿਸ ਪੜਾਅ ਤੇ ਆ ਗਏ ਆ ਨਾ, ਹੁਣ ਕੁਝ ਗੱਲਾਂ ਕਰਨੀਆਂ ਬੜੀਆਂ ਜ਼ਰੂਰੀ ਆ। ਪਹਿਲੀ ਗੱਲ ਤਾਂ ਇਹ 26 ਤਰੀਕ ਤੋਂ ਪਹਿਲਾਂ ਜਿਹੜੀ ਰਾਤ ਸੀ, ਉਸ ਰਾਤ ਨੂੰ ਸਾਡੇ ਨੌਜਵਾਨਾਂ ਨੇ ਤੇ ਹੋਰ ਬਈ ਕਈ ਬੰਦਿਆਂ ਨੇ ਸਟੇਜ ਤੇ ਜਾ ਕੇ ਆਪਦਾ ਰੋਸ ਪ੍ਰਗਟ ਕੀਤਾ। ਕਿਸਾਨ ਆਗੂਆਂ ਕੋਲੇ ਇਹ ਗੱਲ ਕਹੀ ਵੀ ਤੁਸੀਂ ਸਾਨੂੰ ਇੱਥੇ 26 ਤਰੀਕ ਦਾ ਦਿੱਲੀ ਅੰਦਰ ਪਰੇਡ ਕਰਨ ਵਾਸਤੇ ਸੱਦਾ ਦਿੱਤਾ ਸੀ। ਵਾਰ-ਵਾਰ ਸਟੇਜਾਂ ਤੋਂ ਬੜੀਆਂ ਵੱਡੀਆਂ ਗੱਲਾਂ, ਬੜੇ ਵੱਡੇ ਐਲਾਨ ਕੀਤੇ ਸੀ, ਤੇ ਹੁਣ ਜਦੋਂ ਅਸੀਂ ਇੱਥੇ ਆ ਗਏ ਆ ਲਾਸਟ ਮੂਮੈਂਟ ਤੇ ਤੁਸੀਂ ਉਹ ਰੂਟ ਜੋ ਸਰਕਾਰ ਨੇ ਫਾਈਨਲ ਕੀਤਾ ਉੱਥੇ ਸਾਨੂੰ ਲਿਜਾਣ ਨੂੰ ਜਾਂ ਉੱਥੇ ਜਾਣ ਨੂੰ ਕਹਿ ਰਹੇ ਹੋ, ਸੋ ਇਹ ਸਾਨੂੰ ਮਨਜ਼ੂਰ ਨਹੀਂ ਆ। ਸਿਚੁਏਸ਼ਨ ਉੱਥੇ ਇਹੋ ਜਿਹੀ ਬਣ ਗਈ ਕਿ ਸਾਡੇ ਆਗੂ ਉੱਥੋਂ ਕਿਨਾਰਾ ਕਰ ਗਏ। ਉਦੋਂ ਬਾਅਦ ਉੱਥੋਂ ਹੋਰ ਵੀ ਬੰਦੇ ਆਏ, ਉਹ ਵੀ ਕਿਨਾਰਾ ਕਰ ਗਏ। ਫਿਰ ਮੈਨੂੰ ਸੁਨੇਹਾ ਭੇਜਿਆ ਨਿਹੰਗ ਸਿੰਘ ਜਥੇਬੰਦੀਆਂ ਦੇ ਜਿਹੜੇ ਸਾਡੇ ਬਾਬਾ ਜੀ ਸੀ, ਉਹਨਾਂ ਨੇ ਕਿਹਾ ਵੀ ਸਿਚੁਏਸ਼ਨ ਇੱਥੇ ਗਰਮਾ ਗਰਮੀ ਹੋ ਗਈ ਆ ਤੇ ਆਓ। ਜਦੋਂ ਮੈਂ ਸਟੇਜ ਤੇ ਪਹੁੰਚਿਆ ਉਦੋਂ ਸਾਰੀ ਸੰਗਤ ਨੂੰ ਮੈਂ ਜਾ ਕੇ ਗੱਲਾਂ ਸਮਝਾਈਆਂ ਔਰ ਆਗੂਆਂ ਦੇ, ਸਾਡੇ ਕਿਸਾਨ ਆਗੂਆਂ ਦੇ ਹੱਕ 'ਚ ਗੱਲਾਂ ਕੀਤੀਆਂ ਵੀ ਇਹ ਸਾਡੇ ਬਜ਼ੁਰਗ ਆ, ਉਹਨਾਂ ਤੇ ਬਹੁਤ ਵੱਡਾ ਪ੍ਰੈਸ਼ਰ ਆ, ਸਾਨੂੰ ਸਮਝਣਾ ਪਊਗਾ, ਸਾਂਝਾ ਫੈਸਲਾ ਲੈਣਾ ਪਊਗਾ। ਉਹਦੇ ਰਾਤ ਦੀ ਮੇਰੀ ਸਪੀਚ ਦੇਖ ਲਓ, ਇਹੀ ਗੱਲ ਹੋਈ ਵੀ ਸਾਂਝਾ ਫੈਸਲਾ ਲਓ, ਸੰਗਤ ਦੇ ਸਮਝ ਦੇ ਹਿਸਾਬ ਨਾਲ ਫੈਸਲਾ ਲਓ। ਜਿਹੜਾ ਸੰਗਤ ਦੇ ਸਮਝ ਨਾਲ ਫੈਸਲਾ ਲਿਆ ਜਾਊਗਾ ਉਹ ਗਲਤ ਨਹੀਂ ਹੋ ਸਕਦਾ, ਕਿਉਂਕਿ ਸੰਗਤ ਦੇ ਕਰਕੇ ਹੀ ਮੋਰਚਾ, ਸੰਗਤ ਦੇ ਕਰਕੇ ਹੀ ਅਸੀਂ ਇੱਥੇ ਖੜੇ ਆ। ਪਰ ਉਸ ਦਿਨ ਆਗੂਆਂ ਦੀ ਗੱਲ ਇਹ ਸਮਝ 'ਚ ਨਹੀਂ ਆਈ। ਆਪਾਂ ਉਹਦੇ ਰਾਤ ਨੂੰ ਜਿਹੜੇ ਸਟੇਜ ਤੇ ਬੰਦੇ 25 ਤਰੀਕ ਦੀ ਰਾਤ ਨੂੰ ਸਟੇਜ ਤੇ ਮੌਜੂਦ ਸੀ ਨਾ, ਉਹਨਾਂ ਨੂੰ ਪੁੱਛਿਓ, ਉਹਨਾਂ ਨੂੰ ਦੀਪ ਸਿੱਧੂ ਦਾ ਕਿਰਦਾਰ ਪੁੱਛਿਓ। ਦੀਪ ਸਿੱਧੂ ਦਾ ਕਿਰਦਾਰ, ਸਰਕਾਰ ਤਾਂ ਅੱਜ ਮੇਰੇ ਪਿੱਛੇ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ, ਸਰਕਾਰ ਨੇ ਮੇਰੇ ਪਿੱਛੇ ਬੰਦੇ ਲਾ ਦੇਣੇ ਆ ਵੀ ਕਿਸੇ ਵੀ ਢੰਗ 'ਚ ਇਹਨੂੰ ਮਾਰੋ। ਮੈਂ ਫੇਰ ਖੜਾ, ਤੁਸੀਂ ਗਦਾਰ ਦਾ ਸਰਟੀਫਿਕੇਟ ਦੇਈ ਜਾਂਦੇ ਹੋ, ਮੈਂ ਫੇਰ ਖੜਾ ਔਰ ਬਹੁਤ ਕੁਝ ਪੀ ਬੈਠਾ ਹਜੇ ਅੰਦਰ। ਜੇ ਮੈਂ ਕਿਤੇ ਪਰਤਾਂ ਫਰੋਲਣ ਤੇ ਆ ਗਿਆ ਨਾ, ਤੇ ਇਹ ਸਾਰਾ ਕੁਝ ਖੋਲਣ ਤੇ ਆ ਗਿਆ, ਜਿਹੜੇ ਗੁੱਜੇ ਭੇਦ ਹੁੰਦੇ ਆ, ਤਾਂ ਇੱਥੇ ਭੱਜਿਆਂ ਨੂੰ ਰਾਹ ਨਹੀਂ ਮਿਲਣੇ। ਹੁਣ ਇੱਕ ਹੋਰ ਗੱਲ, ਇਹ ਗੱਲ ਮੈਂ ਡਾਇਲੌਗ 'ਚ ਨਹੀਂ ਬੋਲੀ ਸੀ, ਇਹ ਗੱਲ ਯਾਦ ਰੱਖਿਓ। ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੁੰਦੀ ਆ ਤੇ ਉੱਡਣ ਵਾਲੇ ਨੂੰ ਅਸਮਾਨ, ਤੇ ਮੈਨੂੰ ਇਹ ਦੋਵੇਂ ਚਾਹੀਦੇ ਆ। ਹੁਣ ਇਹ ਜਿੱਥੇ ਵੀ ਮਿਲਣਗੇ, ਜਿਵੇਂ ਵੀ ਮਿਲਣਗੇ, ਮੈਂ ਛੱਡਣੇ ਨਹੀਂ ਆ, ਯਾਦ ਰੱਖਿਓ ਇਹ ਗੱਲ। ਦੀਪ ਸਿੱਧੂ ਨੇ ਕਿਹਾ ਕਿ ਨੌਜਵਾਨਾਂ ਨੇ ਜੋਸ਼ ਵਿੱਚ ਆ ਕੇ ਲਾਲ ਕਿਲੇ ਉੱਤੇ 2 ਝੰਡੇ ਲਹਿਰਾਏ ਸਨ, ਪਰ ਕਿਸੇ ਨੇ ਵੀ ਕੌਮੀ ਤਿਰੰਗੇ ਝੰਡੇ ਦਾ ਨਿਰਾਦਰ ਨਹੀਂ ਕੀਤਾ। ਅਸੀਂ ਕੋਈ ਸਰਕਾਰੀ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਇਆ, ਨਾ ਹੀ ਕਿਸੇ ਕਿਸਮ ਦੀ ਹਿੰਸਾ ਕੀਤੀ। ਪੁਲਿਸ ਨੇ ਵੀ ਸਾਡੇ ਉੱਤੇ ਕੋਈ ਸਖਤੀ ਨਹੀਂ ਕੀਤੀ। ਦੀਪ ਸਿੱਧੂ ਨੇ ਕਿਹਾ ਕਿ ਉਹ ਸਰਕਾਰ ਨੂੰ ਦੱਸਣਾ ਚਾਹੁੰਦੇ ਸੀ ਕਿ ਸਾਡੇ ਹੱਕ ਦਿੱਤੇ ਜਾਣ ਅਤੇ ਸਾਡੀਆਂ ਮੰਗਾਂ ਵੱਲ ਗੌਰ ਕੀਤਾ ਜਾਵੇ। ਅਸੀਂ ਪਿਛਲੇ 6 ਮਹੀਨੇ ਤੋਂ ਅੰਦੋਲਨ ਕਰ ਰਹੇ ਸੀ, ਪਰ ਸਰਕਾਰ ਦਾ ਰਵੱਈਆ ਠੀਕ ਨਹੀਂ ਸੀ। ਸਰਕਾਰ ਨੇ ਸਾਡੀ ਵਾਰ-ਵਾਰ ਬੇਇੱਜ਼ਤੀ ਕੀਤੀ। ਦੇਖਿਆ ਉੱਥੇ ਸਾਡਾ ਕੋਈ ਕਿਸਾਨ ਆਗੂ ਨਹੀਂ, ਕੋਈ
ਹੋਰ ਇਹੋ ਜਿਹਾ ਬੰਦਾ ਨਹੀਂ ਜਿਨ੍ਹਾਂ ਨੇ ਬੜੀਆਂ ਗਰਮ ਗੱਲਾਂ ਸਟੇਜਾਂ ਤੋਂ ਤੇ ਹੋਰ ਲਾਈਵ ਹੋ ਕੇ ਕੀਤੀਆਂ ਵੀ ਅਸੀਂ ਤਾਂ ਦਿੱਲੀ ਦੇ ਅੰਦਰ ਦਿੱਲੀ ਦੀ ਜਿਹੜਾ ਧੌਣ ਤੇ ਗੋਡਾ ਰੱਖਾਂਗੇ, ਬੜਾ ਕੁਝ ਕਿਹਾ ਗਿਆ। ਪਰ ਉੱਥੇ ਮੌਕੇ ਤੇ ਕੋਈ ਨਹੀਂ। ਜਦੋਂ ਕੋਈ ਨਹੀਂ ਤਾਂ ਇੱਕ ਕੱਲਾ ਮੈਂ ਸੰਗਤ ਨੇ ਜਦੋਂ ਦੇਖਿਆ ਤੇ ਮੈਨੂੰ ਖਿੱਚ ਕੇ ਉੱਤੇ ਲੈ ਗਏ ਵੀ ਬਾਈ ਉੱਤੇ ਸਾਡੇ ਬੰਦੇ ਆ ਤੇ ਚਲੋ ਚੱਲ ਗਏ। ਹੁਣ ਉੱਤੇ ਇੱਕ ਖਾਲੀ ਜਿਹੜੀ ਝੰਡਾ ਲਾਉਣ ਵਾਲੀ ਉਹ ਆਪਣਾ ਡੰਡਾ ਹੁੰਦਾ, ਇੱਕ ਪੋਸਟ ਹੁੰਦੀ ਆ, ਫਲੈਗ ਪੋਸਟ ਕਹਿੰਦੇ ਆ ਉਹਨੂੰ, ਉਹ ਖਾਲੀ ਪਈ ਸੀ। ਉਹਦੇ ਤੇ ਇੱਕ ਕਿਸਾਨੀ ਦਾ ਤੇ ਇੱਕ ਨਿਸ਼ਾਨ ਸਾਹਿਬ ਇਹ ਦਰਜ ਕਰਾਉਣ ਵਾਸਤੇ ਵੀ ਸਾਡਾ ਰੋਸ ਆ, ਅਸੀਂ ਆਪਦੇ ਹੱਕ ਲੈਣ ਆਏ ਆ। ਤੇ ਉੱਥੇ 2 ਝੰਡੇ ਲਾਏ ਗਏ ਤੇ ਪਿੱਛੇ ਸਾਡਾ ਜਿਹੜਾ ਨੈਸ਼ਨਲ ਫਲੈਗ ਆ ਉਹ ਲੱਗਿਆ ਹੋਇਆ ਸੀ। ਇਹ ਗੱਲ ਜਦੋਂ ਅਸੀਂ ਸਮਝਦੇ ਆ, ਅੱਛਾ ਕਿਸੇ ਦੇ ਮਨ 'ਚ ਕੋਈ ਡਰ ਨਹੀਂ, ਕੋਈ ਭੈ ਨਹੀਂ। ਕਿਉਂਕਿ ਕਿਸੇ ਨੇ ਕੋਈ ਗੱਲ ਗਲਤ ਤਾਂ ਕੀਤੀ ਨਹੀਂ, ਨਾ ਉੱਥੇ ਕੋਈ ਹਿੰਸਾ ਕੀਤੀ, ਨਾ ਕਿਸੇ ਪਬਲਿਕ ਪ੍ਰਾਪਰਟੀ ਨੂੰ ਅਸੀਂ ਡਿਸਟਰੋਏ ਕੀਤਾ ਜਾਂ ਉਹਨਾਂ ਨੂੰ ਨੁਕਸਾਨ ਪਹੁੰਚਾਇਆ, ਨਾ ਕਿਸੇ ਬੰਦੇ ਨੂੰ ਅਸੀਂ ਮਾਰਿਆ ਕੁੱਟਿਆ, ਨਾ ਸਾਡੇ ਬੰਦੇ ਤੇ ਕੋਈ ਇਹੋ ਜੀ ਗੱਲ ਹੋਈ ਵੀ ਕੋਈ ਫੱਟੜ ਹੋ ਗਿਆ ਹੋਵੇ ਜਾਂ ਸਾਡੇ ਬੰਦੇ ਤੇ ਕੋਈ ਕਿਸੇ ਨੇ ਡੰਡੇ ਚਲਾਏ। ਹੁਣ ਬੜਾ ਜਾਬਤੇ 'ਚ ਰਹਿ ਕੇ ਅਸੀਂ ਸਾਰੀਆਂ ਗੱਲਾਂ ਕੀਤੀਆਂ। ਕੋਈ ਭੈ ਨਹੀਂ, ਜਾਹੋ ਜਲਾਲ ਵੀ ਦੇਖੋ ਅਸੀਂ ਆਪਦਾ ਰੋਸ, ਆਪਦੇ ਹੱਕ ਲੈਣ ਆਏ ਆ ਤੇ ਇਹ ਸਰਕਾਰ ਨੂੰ ਦਿਖਾ ਰਹੇ ਆ ਵੀ ਅੱਜ ਸਾਡੇ ਹੱਕ ਸਾਨੂੰ ਦਿੱਤੇ ਜਾਣ। ਇਹਨਾਂ ਗੱਲਾਂ ਤੇ ਗੌਰ ਕੀਤਾ ਜਾਵੇ ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਜਿਸ ਤਰ੍ਹਾਂ ਦਾ ਜੋ ਸਰਕਾਰ ਨੇ ਆਪਦਾ ਰਵੱਈਆ ਸਾਡੇ ਤਰਫ ਦਿਖਾਇਆ ਉਹ ਬਹੁਤ ਹੀ ਆਪਾਂ ਕਹਿ ਲਈਏ ਵੀ ਚੰਗਾ ਨਹੀਂ ਆ। ਉਹ ਤਾਂ ਸਾਡੀ ਬਾਰ-ਬਾਰ ਬੇਇੱਜ਼ਤੀ ਕਰਦੇ ਰਹੇ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਨੂੰ ਲਾਲ ਕਿਲੇ ਉੱਤੇ ਹੋਈ ਹਿੰਸਾ ਦਾ ਆਰੋਪ ਦੀਪ ਸਿੱਧੂ ਤੇ ਲਗਾਇਆ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹਨਾਂ ਦਾ ਲਾਲ ਕਿਲੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਦੀਪ ਸਿੱਧੂ ਨੇ ਨੌਜਵਾਨਾਂ ਨੂੰ ਭੜਕਾਇਆ ਅਤੇ ਆਪਣੇ ਨਾਲ ਲਾਲ ਕਿਲੇ ਤੇ ਲੈ ਗਿਆ। ਇਸ ਮਾਮਲੇ 'ਚ ਪੁਲਿਸ ਵੱਲੋਂ ਦਰਜ ਕੀਤੀ ਗਈ FIR 'ਚ ਦੀਪ ਸਿੱਧੂ ਦਾ ਨਾਮ ਵੀ ਸ਼ਾਮਿਲ ਹੈ। ਦੀਪ ਸਿੱਧੂ ਤੋਂ ਬਾਅਦ ਲਾਲ ਕਿਲਾ ਹਿੰਸਾ 'ਚ ਇੱਕ ਹੋਰ ਸ਼ਖਸ ਦਾ ਨਾਮ ਆਇਆ ਹੈ ਅਤੇ ਉਸ ਉੱਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਅਮਰੀਕ ਸਿੰਘ ਮਿੱਕੀ ਨਾਮ ਦਾ ਇਹ ਸ਼ਖਸ ਦਿੱਲੀ ਗੁਰਦੁਆਰਾ ਚੋਣਾਂ 'ਚ ਪੰਥਕ ਅਕਾਲੀ ਲਹਿਰ ਵੱਲੋਂ ਉਮੀਦਵਾਰ ਹੈ। ਪੰਜਾਬ ਕਾਂਗਰਸ ਨੇ ਉਸ ਦੇ ਸਬੰਧ ਆਮ ਆਦਮੀ ਪਾਰਟੀ ਨਾਲ ਦੱਸਦੇ ਹੋਏ ਲਾਲ ਕਿਲਾ ਹਿੰਸਾ ਲਈ ਜ਼ਿੰਮੇਵਾਰ ਦੱਸਿਆ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਅਮਰੀਕ ਸਿੰਘ ਮਿੱਕੀ ਦੀਆਂ ਭਾਜਪਾ ਤੇ ਅਕਾਲੀ ਲੀਡਰਾਂ ਨਾਲ ਤਸਵੀਰਾਂ ਜਨਤਕ ਕਰਦੇ ਹੋਏ ਕੈਪਟਨ ਨੂੰ ਨਸੀਹਤ ਦਿੱਤੀ ਹੈ ਕਿ ਉਹ ਭਾਜਪਾ ਨੂੰ ਖੁਸ਼ ਕਰਨ ਦੀ ਖਾਤਰ ਘਟੀਆ ਰਾਜਨੀਤੀ ਕਰਨ ਤੋਂ ਬਾਜ਼ ਆਉਣ। ਲਾਲ ਕਿਲੇ ਉੱਤੇ ਹੋਈ ਹਿੰਸਾ ਉੱਤੇ ਝੰਡਾ ਚੜਾਉਣ ਦੇ ਮਾਮਲੇ 'ਚ ਕਿਸਾਨ ਆਗੂਆਂ ਵੱਲੋਂ ਪੰਜਾਬੀ ਐਕਟਰ ਦੀਪ ਸਿੱਧੂ ਤੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਦੋਸ਼ੀ ਦੱਸਿਆ ਗਿਆ। ਹੁਣ ਇਸ ਮਾਮਲੇ ਤੇ ਰਾਜਨੀਤੀ ਸ਼ੁਰੂ ਹੋ ਗਈ ਹੈ। ਪੰਜਾਬ ਕਾਂਗਰਸ ਨੇ ਇੱਕ ਨੌਜਵਾਨ ਅਮਰੀਕ ਸਿੰਘ ਮਿੱਕੀ ਦੀ ਲਾਲ ਕਿਲੇ ਤੋਂ ਲਈ ਗਈ ਤਸਵੀਰ ਨੂੰ ਜਾਰੀ ਕਰਦਿਆਂ ਉਸ ਨੂੰ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਦੱਸਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਤੋਂ ਬਾਅਦ ਲਾਲ ਕਿਲੇ ਉੱਤੇ ਹੋਈ ਹਿੰਸਾ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਦੱਸਿਆ। ਉਧਰ ਪਲਟਵਾਰ ਕਰਦਿਆਂ ਆਮ ਆਦਮੀ ਪਾਰਟੀ ਨੇ ਅਮਰੀਕ ਸਿੰਘ ਮਿੱਕੀ ਦੀਆਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਕਈ ਤਸਵੀਰਾਂ ਜਾਰੀ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਡਰ ਤੋਂ ਸਾਰਾ ਇਲਜ਼ਾਮ ਆਪ ਉੱਤੇ ਮੜ ਰਹੇ ਨੇ। ਆਮ ਆਦਮੀ ਪਾਰਟੀ ਨੇ ਮਿੱਕੀ ਦੀਆਂ ਤਸਵੀਰਾਂ ਭਾਜਪਾ ਆਗੂ ਹੰਸਰਾਜ ਹੰਸ, ਸਨੀ ਦਿਓਲ, ਮਨੋਜ ਤਿਵਾੜੀ, ਨਿਤਿਨ ਗਡਕਰੀ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨਾਲ ਜਾਰੀ ਕਰਦਿਆਂ ਕਿਹਾ ਕਿ ਕੈਪਟਨ ਨੂੰ ਕੋਈ ਵੀ ਇਲਜ਼ਾਮ ਲਗਾਉਣ ਤੋਂ ਪਹਿਲਾਂ ਇੱਕ ਵਾਰ ਮਿੱਕੀ ਦਾ ਪਿਛੋਕੜ ਵੇਖਣਾ ਚਾਹੀਦਾ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੀਜੇਪੀ ਵੱਲੋਂ ਇੰਨੀ ਬੁਰੀ ਤਰ੍ਹਾਂ ਡਰਾਇਆ ਗਿਆ ਹੈ ਕਿ ਹੁਣ ਉਹ ਸਹੀ ਤੇ ਗਲਤ ਦਾ ਫਰਕ ਕਰਨਾ ਵੀ ਭੁੱਲ ਬੈਠੇ ਨੇ। ਪੰਜਾਬ ਕਾਂਗਰਸ ਵੱਲੋਂ ਕੁਝ ਦੇਰ ਪਹਿਲਾਂ ਕੁਝ ਫੋਟੋਆਂ ਰਿਲੀਜ਼ ਕੀਤੀਆਂ ਗਈਆਂ ਅਮਰੀਕ ਸਿੰਘ ਨਾਂ ਦੇ ਸ਼ਖਸ ਦੀ ਤੇ ਕਿਹਾ ਗਿਆ ਜੀ ਆਮ ਆਦਮੀ ਪਾਰਟੀ ਦਾ ਲੀਡਰ ਹੈ ਤੇ ਕੱਲ ਲਾਲ ਕਿਲੇ ਤੇ ਜੋ ਹੋਇਆ ਉਹ ਆਮ ਆਦਮੀ ਪਾਰਟੀ ਨੇ ਕਰਾਇਆ। ਮੈਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਸੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇੱਦਾਂ ਦੇ ਬਿਆਨ ਰਿਲੀਜ਼ ਕਰਾਉਣ ਤੋਂ ਪਹਿਲਾਂ। ਸਾਰੇ ਜਾਣਦੇ ਨੇ ਕੱਲ ਲਾਲ ਕਿਲੇ ਤੇ ਜੋ ਹੋਇਆ ਉਹ RSS ਦੇ BJP ਦੇ ਇਸ਼ਾਰੇ ਤੇ ਹੋਇਆ। BJP ਦੇ ਲੀਡਰ ਦੀਪ ਸਿੱਧੂ ਤੋਂ ਲੈ ਕੇ ਤੇ ਹੋਰ ਵੱਡੇ ਵੱਡੇ ਲੀਡਰ ਕਿਸ ਤਰੀਕੇ ਇਸ ਸਾਜ਼ਿਸ਼ ਦੇ ਪਿੱਛੇ ਖੜੇ ਸੀ ਉਹ ਕਿਸੇ ਨੂੰ ਹੁਣ ਦੱਸਣ ਦੀ ਲੋੜ ਨਹੀਂ ਰਹਿ ਗਈ। ਇਸ ਬੰਦੇ ਦਾ ਜਿਹਦਾ ਜ਼ਿਕਰ ਵਾਰ-ਵਾਰ ਹੋ ਰਿਹਾ ਅਮਰੀਕ ਸਿੰਘ ਦਾ, ਇਹਦੀ ਜੋ ਸਾਜ਼ਿਸ਼ ਆਮ ਆਦਮੀ ਪਾਰਟੀ ਨੂੰ ਜੋੜਨ ਲਈ ਕੀਤੀ ਜਾ ਰਹੀ ਹੈ ਉਸ ਸਾਜ਼ਿਸ਼ ਦਾ ਆਪਾਂ ਪਰਦਾਫਾਸ਼ ਕਰਨ ਲੱਗੇ ਹਾਂ। ਆਹ ਸਬੂਤ ਨੇ ਨਿਤਿਨ ਗਡਕਰੀ ਤੋਂ ਲੈ ਕੇ ਸੰਨੀ ਦਿਓਲ ਤੱਕ ਹਰ ਸ਼ਖਸ ਦੀ, ਹਰ ਨੇਤਾ ਦੀ
ਪੋਲੀਟੀਕਲ ਕੈਂਪੇਨ ਇਸ ਬੰਦੇ ਦੀ ਨਜ਼ਦੀਕੀ ਨੂੰ ਜ਼ਾਹਰ ਕਰਦੀ ਹੈ। ਹਰ ਬੀਜੇਪੀ ਦੇ ਵੱਡੇ ਲੀਡਰ ਨਾਲ ਇਹਦੀ ਜੋ ਨਜ਼ਦੀਕੀ ਹੈ ਉਹ ਇਹਨਾਂ ਫੋਟੋਆਂ ਤੋਂ ਸਾਫ਼ ਜ਼ਾਹਿਰ ਹੁੰਦੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਜੀ ਕਿਸੇ ਦੀ ਚਮਚਾਗਿਰੀ ਵਿੱਚ ਇੰਨੇ ਵੀ ਨਾ ਡਿੱਗ ਪਓ ਕਿ ਸਹੀ ਤੇ ਗਲਤ ਦਾ ਫਰਕ ਹੀ ਤੁਸੀਂ ਭੁੱਲ ਜਾਓ। ਤੇ ਬਹੁਤ ਜ਼ਿਆਦਾ ਜੇ ਤੁਹਾਨੂੰ ਬੇਚੈਨੀ ਹੋ ਰਹੀ ਹੈ ਆਪਣੇ ਬੱਚੇ ਨੂੰ ਜੋ ਤੁਸੀਂ ਈਡੀ ਤੋਂ ਤੇ ਹੋਰ ਏਜੰਸੀਆਂ ਤੋਂ ਬਚਵਾ ਰਹੇ ਹੋ, ਬੀਜੇਪੀ ਦਾ ਤੁਹਾਡੇ ਸਿਰ ਤੇ ਅਹਿਸਾਨ ਹੈ, ਅਸੀਂ ਜਾਣਦੇ ਹਾਂ। ਤੇ ਜਾਂ ਤੇ ਤੁਸੀਂ ਬੀਜੇਪੀ ਨਹੀਂ ਜੁਆਇਨ ਕਰ ਸਕਦੇ ਤੇ ਆਰਐਸਐਸ ਜੁਆਇਨ ਕਰ ਲਓ ਤੇ ਸਵੇਰੇ ਉਹਨਾਂ ਦੀ ਸ਼ਾਖਾ 'ਤੇ ਚਲੇ ਜਾਇਆ ਕਰੋ। ਪਰ ਸਹੀ ਤੇ ਗਲਤ ਦਾ ਫਰਕ ਤੁਹਾਨੂੰ ਭਾਵੇਂ ਨਾ ਪਤਾ ਲੱਗਦਾ ਹੋਵੇ, ਪੰਜਾਬ ਦੇ ਲੋਕਾਂ ਨੂੰ ਜ਼ਰੂਰ ਪਤਾ ਲੱਗਦਾ ਹੈ। ਤੇ ਜੋ ਤੁਹਾਡੀ ਕੋਸ਼ਿਸ਼ ਪੰਜਾਬ ਦੇ ਇਸ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਚੱਲ ਰਹੀ ਹੈ ਉਹ ਜਗ ਜ਼ਾਹਰ ਹੋ ਚੁੱਕੀ ਹੈ। ਤੇ ਇਸ ਤਰੀਕੇ ਦੀ ਘਿਨੌਣੀ ਸਾਜ਼ਿਸ਼ਾਂ ਕਰਨਾ ਬੰਦ ਕਰੋ, ਤੁਹਾਡੀ ਅਸਲੀਅਤ ਸਾਰਿਆਂ ਦੇ ਸਾਹਮਣੇ ਆ ਚੁੱਕੀ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਵੀ ਇਸ ਮੁੱਦੇ ਉੱਤੇ ਰਾਜਨੀਤੀ ਕਰਨ ਲਈ ਪੰਜਾਬ ਕਾਂਗਰਸ ਦੀ ਤਿੱਖੀ ਆਲੋਚਨਾ ਕੀਤੀ ਹੈ। ਹਰਪਾਲ ਚੀਮਾ ਨੇ ਕਿਹਾ ਕਿ ਕੈਪਟਨ ਅਜਿਹਾ ਕਰਕੇ ਕੇਂਦਰ ਸਰਕਾਰ ਨੂੰ ਖੁਸ਼ ਕਰਨਾ ਚਾਹੁੰਦੇ ਨੇ, ਪਰ ਪੰਜਾਬ ਦੇ ਲੋਕ ਹੁਣ ਕਾਂਗਰਸ ਦੀ ਸੱਚਾਈ ਜਾਣ ਚੁੱਕੇ ਨੇ ਅਤੇ ਹੁਣ ਇਹਨਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ। ਕੱਲ ਜਦੋਂ ਬੜੀ ਇੱਕ ਇਤਿਹਾਸਕ ਪਰੇਡ ਕਿਸਾਨ ਜਿਹੜੇ ਹੈਗੇ ਦਿੱਲੀ 'ਚ ਕਰ ਰਹੇ ਸੀਗੇ, ਉਸ ਸਮੇਂ ਬੀਜੇਪੀ ਦੇ ਏਜੰਟ, ਆਰਐਸਐਸ ਦੇ ਏਜੰਟ ਜਿਹੜੇ ਜਾ ਕੇ ਉਸ ਦੇ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਨ੍ਹਾਂ ਦੀ ਅਗਵਾਈ ਦੀਪ ਸਿੱਧੂ ਵਰਗਾ ਅਨਸਰ ਕਰ ਰਿਹਾ ਸੀਗਾ, ਜਿਹਨੇ ਉਸ ਸੰਘਰਸ਼ ਨੂੰ ਤੋੜਨ ਦੀ ਜਿਹੜੀ ਚਾਲ ਚੱਲੀ ਸੀਗੀ। ਪੂਰੇ ਦੇਸ਼ ਦੇ ਲੋਕਾਂ ਨੂੰ ਪਤਾ ਗਾ, ਪੂਰੇ ਦੇਸ਼ ਦੇ ਕਿਸਾਨਾਂ ਨੂੰ ਪਤਾ ਗਾ ਕਿ ਦੀਪ ਸਿੱਧੂ ਜਿਹੜਾ ਹੈਗਾ ਉਹਦੀਆਂ ਬਹੁਤ ਸਾਰੀਆਂ ਫੋਟੋਆਂ, ਉਹਦੀਆਂ ਬਹੁਤ ਸਾਰੇ ਵੀਡੀਓ ਸਨੀ ਦਿਓਲ ਜੀ ਦੇ ਨਾਲ, ਬੀਜੇਪੀ ਦੇ ਨੇਤਾਵਾਂ ਦੇ ਨਾਲ, ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ, ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਦੇ ਨਾਲ ਬੜੀਆਂ ਜਨਤਕ ਹੋ ਰਹੀਆਂ ਨੇ, ਬੜੀਆਂ ਵਾਇਰਲ ਹੋ ਰਹੀਆਂ ਨੇ, ਬੜੀਆਂ ਦਿਖਾਈ ਦੇ ਰਹੀਆਂ ਨੇਗੀਆਂ। ਸੋ ਉਸ ਵਿਅਕਤੀ ਨੇ ਇਸ ਸੰਘਰਸ਼ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਪਰ ਲੇਕਿਨ ਮੈਂ ਹੈਰਾਨ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਵੀ ਉਹਨਾਂ ਦਾ ਸਾਥ ਦੇ ਰਹੇ ਨੇਗੇ। ਆਪਣਾ ਨਿਸ਼ਾਨਾ ਕੈਪਟਨ ਸਾਹਿਬ ਨੇ ਬੀਜੇਪੀ ਨੂੰ ਬਣਾਉਣ ਦੀ ਥਾਂ, ਕੇਂਦਰ ਦੇ ਏਜੰਸੀਆਂ ਨੂੰ ਬਣਾਉਣ ਦੀ ਥਾਂ, ਦੀਪ ਸਿੱਧੂ ਨੂੰ ਬਣਾਉਣ ਦੀ ਥਾਂ ਆਮ ਆਦਮੀ ਪਾਰਟੀ ਨੂੰ ਬਣਾਇਆ ਗਿਆ। ਮੈਂ ਹੈਰਾਨ ਹਾਂ ਕਿ ਵਿਅਕਤੀ ਦੀਆਂ ਫੋਟੋਆਂ ਜਾਰੀ ਹੋ ਰਹੀਆਂ ਨੇ ਕਿ ਉਸ ਵਿਅਕਤੀ ਦਾ ਨਾਮ ਆਮ ਆਦਮੀ ਪਾਰਟੀ ਦਾ ਜੋੜਿਆ ਜਾ ਰਿਹਾ ਹੈਗਾ, ਜਦ ਕਿ ਉਹ ਵਿਅਕਤੀ ਜਿਹੜਾ ਹੈਗਾ ਸਾਡੇ ਕੋਲ ਪੁਖਤਾ ਸਬੂਤ ਨੇਗੇ ਕਿ ਉਹ ਵਿਅਕਤੀ ਜਿਹੜਾ ਹੈਗਾ ਉਹ ਅਕਾਲੀ ਦਲ ਦਾ ਹੈਗਾ। ਉਸ ਵਿਅਕਤੀ ਦੀਆਂ ਫੋਟੋਆਂ ਕਾਂਗਰਸੀ ਨੇਤਾਵਾਂ ਦੇ ਨਾਲ ਨੇ, ਉਸ ਵਿਅਕਤੀ ਦੀਆਂ ਫੋਟੋਆਂ ਸਨੀ ਦਿਓਲ ਦੇ ਨਾਲ ਨੇ। ਆਮ ਆਦਮੀ ਪਾਰਟੀ ਦਾ ਕੋਈ ਵਰਕਰ ਨਹੀਂ ਹੈਗਾ। ਸੋ ਇਸ ਸਮਾਂ ਜਿਹੜਾ ਹੈਗਾ, ਇਸ ਸਮੇਂ ਸਿਆਸਤ ਕਰਨ ਦਾ ਨਹੀਂ ਹੈਗਾ। ਅੱਜ ਜਿਹੜਾ ਸਮਾਂ ਗਾ ਉਹ ਕਿਸਾਨ ਦੇ ਨਾਲ ਖੜਨ ਲੱਗਾ। ਪਰ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਸ ਤਰ੍ਹਾਂ ਲੱਗ ਰਹੇ ਨੇਗੇ ਕਿ ਉਹ ਪੰਜਾਬ ਦੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਨਹੀਂ ਹੈਗੇ, ਉਹ ਬੀਜੇਪੀ ਦੇ ਮੁੱਖ ਮੰਤਰੀ ਜ਼ਿਆਦਾ ਦਿਖ ਰਹੇ ਨੇਗੇ। ਸੋ ਬੜੀ ਹੈਰਾਨੀ ਦੀ ਗੱਲ ਹੈ ਕਿ ਕੈਪਟਨ ਸਾਹਿਬ ਨੂੰ ਜਿਹੜਾ ਨਿਸ਼ਾਨਾ ਬੀਜੇਪੀ ਦੇ ਖਿਲਾਫ ਖੋਲ੍ਹਣਾ ਸੀਗਾ ਉਹ ਆਮ ਆਦਮੀ ਪਾਰਟੀ ਵੱਲ ਦੇ ਰਹੇ ਨੇਗੇ। ਆਮ ਆਦਮੀ ਪਾਰਟੀ ਬੜੀ ਧਰਮਨਿਰਪੱਖ ਪਾਰਟੀ ਹੈ। ਆਮ ਆਦਮੀ ਪਾਰਟੀ ਲਗਾਤਾਰ ਕਿਸਾਨਾਂ ਦਾ ਸਾਥ ਪਹਿਲਾਂ ਦੇ ਰਹੀ ਸੀ, ਅੱਜ ਵੀ ਦੇਊਗੀ ਤੇ ਅੱਗੇ ਵੀ ਦਿੰਦੀ ਰਹੂਗੀ। ਦੱਸ ਦਈਏ ਕਿ ਜਿਸ ਨੌਜਵਾਨ ਦੇ ਨਾਮ ਉੱਤੇ ਰਾਜਨੀਤਿਕ ਪਾਰਟੀਆਂ ਵੱਲੋਂ ਇੱਕ ਦੂਜੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ, ਅਸਲ ਵਿੱਚ ਉਹ ਦਿੱਲੀ ਦੀਆਂ ਗੁਰਦੁਆਰਾ ਚੋਣਾਂ ਵਿੱਚ ਉਮੀਦਵਾਰ ਹੈ ਅਤੇ ਪੰਥਕ ਅਕਾਲੀ ਲਹਿਰ ਵੱਲੋਂ ਚੋਣ ਲੜ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਮੁੱਖ ਖਬਰਾਂ ਤੇ। ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਨੇ ਵਧਾਈ ਸਖਤੀ। ਸਿੰਘੂ ਬਾਰਡਰ ਤੇ ਪੁਲਿਸ ਨੇ ਕੀਤੀ ਨਵੀਂ ਬੈਰੀਕੇਡਿੰਗ, ਆਉਣ ਜਾਣ ਦੇ ਰਸਤੇ ਕੀਤੇ ਬੰਦ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਿੱਲੀ ਪੁਲਿਸ ਨੂੰ ਹਿੰਸਾ 'ਚ ਨਾਮਜ਼ਦ ਕਿਸਾਨ ਆਗੂਆਂ ਦੇ ਲੁੱਕਆਊਟ ਨੋਟਿਸ ਜਾਰੀ ਕਰਨ ਦੇ ਨਿਰਦੇਸ਼। ਕਿਸਾਨ ਆਗੂਆਂ ਦੇ ਪਾਸਪੋਰਟ ਵੀ ਕਰਵਾਏ ਜਾਣਗੇ ਜਮ੍ਹਾਂ। ਫਿਲਹਾਲ ਪੁਲਿਸ ਨੇ ਕਾਰਨ ਦੱਸੋ ਨੋਟਿਸ ਜਾਰੀ ਕਰ ਮੰਗਿਆ 3 ਦਿਨਾਂ 'ਚ ਜਵਾਬ। ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਆਇਆ ਬਿਆਨ। ਕੇਜਰੀਵਾਲ ਨੇ ਕਿਹਾ ਕਿਸੇ ਇੱਕ ਘਟਨਾ ਨਾਲ ਕਿਸਾਨ ਅੰਦੋਲਨ ਨਹੀਂ ਹੋ ਸਕਦਾ ਖਤਮ। ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਕਿਸਾਨਾਂ ਦਾ ਸਹਿਯੋਗ ਕਰਨ ਦੀ ਕੀਤੀ ਅਪੀਲ। ਖੇਤੀ ਕਾਨੂੰਨਾਂ ਖਿਲਾਫ ਦੇਸ਼ ਦੀਆਂ 16 ਵਿਰੋਧੀ ਪਾਰਟੀਆਂ ਹੋਈਆਂ ਇਕਜੁੱਟ। ਵਿਰੋਧੀ ਪਾਰਟੀਆਂ ਵੱਲੋਂ ਬਜਟ ਇਜਲਾਸ ਤੋਂ ਪਹਿਲਾਂ ਰਾਸ਼ਟਰਪਤੀ ਵੱਲੋਂ ਦਿੱਤੇ ਜਾਂਦੇ ਭਾਸ਼ਣ ਦਾ ਕੀਤਾ ਜਾਵੇਗਾ ਬਾਈਕਾਟ। ਸਿਆਸੀ ਪਾਰਟੀਆਂ ਨੇ ਕਿਸਾਨਾਂ ਨਾਲ ਕੀਤੀ ਇਕਜੁੱਟਤਾ ਜ਼ਾਹਰ। ਅਤੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦਾ ਪੁਲਿਸ ਵੱਲੋਂ ਦਰਜ ਕੀਤੇ ਜਾ ਰਹੇ ਪਰਚਿਆਂ ਤੇ ਸਖਤ ਬਿਆਨ। ਉਗਰਾਹਾਂ ਨੇ ਕਿਹਾ ਕੇਸ ਦਰਜ ਹੋਣ ਦੀ ਪਰਵਾਹ ਨਹੀਂ, ਲੜਾਂਗੇ, ਜਿੱਤਾਂਗੇ ਅਤੇ ਕਾਨੂੰਨ ਰੱਦ ਕਰਵਾ ਕੇ ਹੀ ਜਾਵਾਂਗੇ ਘਰਾਂ ਨੂੰ ਵਾਪਸ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਟੀਵੀ ਪੰਜਾਬ।